ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਦੇ ਲਈ ਰੇਲਵੇ ਟਰੈਕ ਖਾਲੀ ਕਰ ਦਿੱਤੇ। ਕਿਉਂਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹਨੇ ਪੂਰੇ ਹਿੰਦੁਸਤਾਨ ਦੇ ਵਿੱਚ ਲੀਡ ਕੀਤਾ ਔਰ ਕਿਸਾਨਾਂ ਨੇ ਔਰ ਗਵਰਨਮੈਂਟ ਨੇ ਆਪਣੀ ਵਿਧਾਨ ਸਭਾ 'ਚ ਆ ਕੇ ਜਿਹੜਾ ਬਿੱਲ ਜਿਹੜੇ ਰੱਦ ਕੀਤੇ ਗਏ ਉਹਨਾਂ ਦੇ ਵਿੱਚ ਇਹ ਕਿਹਾ ਕਿ ਇਸ ਜਿਹੜੀ ਐਜੀਟੇਸ਼ਨ ਹੈ ਇਹ ਕੋਈ ਥੋੜੇ ਦਿਨਾਂ ਦੀ ਇਹ ਲੰਬੀ ਵੀ ਚੱਲ ਸਕਦੀ ਔਰ ਕਾਫੀ ਲੰਬੀ ਵੀ ਹੋ ਸਕਦੀ ਹੈ। ਲੋੜ ਦੀਆਂ ਜੋ ਵਸਤੂਆਂ ਨੇ ਉਸ ਦੀ ਘਾਟ ਇਸ ਵੇਲੇ ਪੰਜਾਬ ਦੇ ਵਿੱਚ ਨਾ ਹੋਵੇ, ਸਰਕਾਰ ਉਸ ਦੇ ਵੱਲ ਵੀ ਜ਼ਿਕਰ ਆਪਣਾ ਸਮੇਂ-ਸਮੇਂ ਦੇ ਉੱਤੇ ਕਰਦੀ ਰਹੀ ਹੈ। ਉਦਯੋਗਿਕ ਕਾਮਿਆਂ ਦੇ ਲਈ ਕੋਈ ਕੰਮਕਾਜ ਠੱਪ ਨਾ ਹੋਵੇ, ਇਸ ਕਰਕੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਮਾਲ ਗੱਡੀਆਂ ਦੀ ਸ਼ੁਰੂਆਤ ਕੀਤੀ ਜਾਵੇ। ਅੱਜ ਦੇ ਸੰਕਟ ਦੀ ਗੱਲ ਕਰੀਏ ਤਾਂ ਆਰਥਿਕ ਘਾਟਾ ਵੀ ਪੰਜਾਬ ਦੇ ਲਈ ਇੱਕ ਵੱਡੀ ਸਥਿਤੀ ਖਰਾਬ ਕਰ ਸਕਦਾ ਹੈ। ਜੇਕਰ ਇਹਨਾਂ ਹਾਲਾਤਾਂ ਦੇ ਵਿੱਚ ਗੱਡੀਆਂ ਨਾ ਚੱਲੀਆਂ ਤਾਂ ਕੀ ਕੋਲ ਦੀ ਕਿੱਲਤ ਦੇ ਕਾਰਨ ਪੰਜਾਬ ਦੇ ਵਿੱਚ ਬਿਜਲੀ ਠੱਪ ਹੋ ਜਾਏਗੀ? ਇਹ ਇੱਕ ਵੱਡਾ ਸਵਾਲ ਹੈ। ਪੰਜਾਬ ਦੇ ਵਿੱਚ ਸਾਲ ਭਰ ਦੇ ਵਿੱਚ ਸਰਕਾਰ ਇੱਕ ਫੰਡ ਜਾਰੀ ਕਰਦੀ ਹੈ ਜਿਸ ਦੇ ਵਿੱਚ ਪਿੰਡੂ ਹਲਕਿਆਂ ਦੇ ਵਿਕਾਸ ਦੇ ਲਈ ਸੂਬਾ ਸਰਕਾਰਾਂ ਨੂੰ ਪੈਸੇ ਦਿੱਤੇ ਜਾਂਦੇ ਨੇ। ਇਹ ਪੈਸੇ ਹੋ ਸਕਦਾ ਕਦੇ-ਕਦਾਰ ਕਿਸ਼ਤਾਂ ਦੇ ਵਿੱਚ ਦਿੱਤੇ ਜਾਂਦੇ ਹੋਣ, CCL ਲਿਮਿਟ ਦੇ ਨਾਲ ਦੇ ਦਿੱਤੇ ਜਾਂਦੇ ਹੋਣ, ਲੇਕਿਨ ਇਸ ਵਾਰ ਦੀ ਕੇਂਦਰ ਦੇ ਵੱਲੋਂ ਜਾਰੀ ਕੀਤੀ ਗਈ ਚਿੱਠੀ ਦੇ ਵਿੱਚ RDF ਦਾ ਪੈਸਾ ਕਿਤੇ ਵੀ ਲਿਖਿਆ ਨਹੀਂ ਗਿਆ, ਉਸ ਦੇ ਸਾਹਮਣੇ ਕੁਝ ਜਗ੍ਹਾ ਖਾਲੀ ਛੱਡੀ ਗਈ। ਕਿਸਾਨਾਂ ਦਾ ਅਸੀਂ ਕਰਜ਼ਾ ਮਾਫ ਕਰਨਾਗਾ, ਉਹਦੇ 4500 ਕਰੋੜ ਰੁਪਇਆ ਲਿਆ ਸੀਗਾ। ਇਸ ਤੋਂ ਬਿਨਾਂ ਇੱਕ ਸਮਾਰਟ ਵਿਲੇਜ ਸਕੀਮ ਪਿੰਡਾਂ ਨੂੰ ਜਿਹੜਾ ਹੈਗਾ ਪਿੰਡਾਂ ਦਾ ਸੁੰਦਰੀਕਰਨ ਕਰਨਾ ਸੀਗਾ, ਉਹਦੇ ਲਈ ਲੋਨ ਲਿਆ ਸੀਗਾ। ਉਸ ਲੋਨ ਦੇ ਵਿੱਚ ਜਿੰਨੀ ਇਹ ਪੇਮੈਂਟ ਆਉਂਦੀ ਆ ਲਗਭਗ 1750 ਕਰੋੜ ਰੁਪਈਆ, ਪਰ ਲੇਕਿਨ ਪੰਜਾਬ ਦੀ ਪੁਰਾਣੀ ਸਰਕਾਰ ਬਾਦਲ ਸਾਹਿਬ ਦੀ ਸਰਕਾਰ ਚਾਹੇ ਕੈਪਟਨ ਸਾਹਿਬ ਦੀ ਸਰਕਾਰ ਆ, ਇਹਨਾਂ ਨੇ ਸਾਰਾ ਪੈਸਾ ਜਿਹੜਾ ਹੈਗਾ ਇਹ ਮਹਿਸੂਸ ਕੀਤਾਗਾ ਦੋਨਾਂ ਸਰਕਾਰਾਂ ਨੇ, ਔਰ 4500 ਕਰੋੜ ਰੁਪਏ ਦਾ ਵਿਆਜ ਦੇਣ ਦੇ ਵਿੱਚ ਜਿਹੜਾ ਇਹਨਾਂ ਮਹਿਸੂਸ ਕੀਤਾਗਾ, ਤਾਂ ਹੀ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਬੰਦ ਕੀਤਾਗਾ। ਅੱਜ ਕਿਸਾਨ ਦੀ ਕਬਰ ਪੁੱਟਣ ਦਾ ਕੰਮ ਕੀਤਾ ਮੋਦੀ ਸਾਹਿਬ ਨੇ। ਆ ਕਾਨੂੰਨ ਨਹੀਂ ਬਣਾਏ, ਆ ਕਬਰ ਪੱਟੀ ਹੈ ਕਿਸਾਨੀ ਦੀ, ਪੰਜਾਬੀਅਤ ਦੀ, ਤੇ ਸਾਡੇ ਪੂਰੇ ਇਸ ਕਿਸਾਨੀ ਖੇਤਰ ਦੀ ਕਲੇ ਪੰਜਾਬ ਦੇ ਨਹੀਂ ਪੱਟੀ ਦਾ ਸਾਰੇ ਹਿੰਦੁਸਤਾਨ ਦੀ ਹੈ। ਕਿਉਂਕਿ ਜਿਸ ਸੂਬੇ ਦੇ ਕਿਸਾਨ ਨੂੰ ਮੰਨਿਆ ਜਾਂਦਾ ਹੈ ਕਿ ਉਹ ਦੇਸ਼ ਦਾ ਅੰਨਦਾਤਾ ਹੈ ਤੇ ਉਹ ਦੇਸ਼ ਦੇ ਵਿੱਚ ਕਿਸੇ ਹੋਰ ਤਰੀਕੇ ਦੀ ਕਿੱਲਤ ਨੂੰ ਪੈਦਾ ਹੋਣ ਦਾ, ਨਾ ਕਿਸੇ ਵੀ ਤਰੀਕੇ ਦੀ ਕਿੱਲਤ ਪੈਦਾ ਹੋਵੇ, ਉਸ ਦਾ ਕਾਰਨ ਕਿਸਾਨ ਬਣਨਾ ਨਹੀਂ ਚਾਹੁੰਦਾ। ਕਿੱਥੇ ਹੈ ਅਸਲ ਵਿਕਾਸ? ਖਾਲੀ ਖਜ਼ਾਨੇ ਜਾਂ ਸਿਰਫ ਮਜ਼ਾਕ? ਵਾਅਦਿਆਂ ਦੀ ਨਹੀਂ, ਆંકੜਿਆਂ ਦੀ ਕਰਾਂਗੇ ਪੜਚੋਲ। ਗਿਣਤੀ ਅਤੇ ਗਿਆਨ ਦੇ ਨਾਲ ਜਾਣੋ ਅਸਲ ਪੰਜਾਬ। ਪ੍ਰੋਗਰਾਮ ਆਰਥਿਕ ਹਾਲਾਤ। ਪੰਜਾਬ ਭਰ ਦੇ ਵਿੱਚ ਲਗਾਤਾਰ ਚੱਲ ਰਹੇ ਧਰਨਾ ਪ੍ਰਦਰਸ਼ਨ ਪੰਜਾਬ ਦੇ ਵਿੱਚ ਕਿਹੋ ਜਿਹੀ ਆਰਥਿਕ ਸਥਿਤੀ ਪੈਦਾ ਕਰ ਸਕਦੇ ਨੇ? BBC ਦੀ ਰਿਪੋਰਟ ਦੀ ਮੰਨੀਏ ਤਾਂ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਦੇ ਲਈ ਰੇਲਵੇ ਟਰੈਕ ਖਾਲੀ ਕਰ ਦਿੱਤੇ। ਤਾਂ ਰੇਲਵੇ ਵਿਭਾਗ ਨੇ ਪੰਜਾਬ ਦੇ ਅੰਦਰ ਰੇਲਵੇ ਦੇ ਉੱਤੇ ਆਵਾਜਾਈ ਦੇ ਉੱਤੇ ਆਰਜ਼ੀ ਤੌਰ ਦੇ ਉੱਤੇ ਬ੍ਰੇਕ ਲਗਾ ਦਿੱਤੀ। ਰੇਲਵੇ ਦੇ ਵੱਲੋਂ ਪੰਜਾਬ ਦੇ ਅੰਦਰ ਮਾਲ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰਨ ਤੋਂ ਬਾਅਦ ਸਿਆਸੀ ਬਿਆਨਬਾਜ਼ੀਆਂ ਅਤੇ ਸੂਬੇ ਦੀਆਂ ਆਰਥਿਕਤਾਵਾਂ ਕਿਸ ਤਰੀਕੇ ਦੇ ਨਾਲ ਬਦਲ ਸਕਦੀਆਂ ਨੇ, ਜੋ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਹੀਆਂ ਨੇ, ਅਜਿਹਾ ਖਦਸ਼ਾ ਪੈਦਾ ਕੀਤਾ ਜਾ ਰਿਹਾ ਹੈ ਜਿਸ ਦੀਆਂ ਚਰਚਾਵਾਂ ਦੀ ਰਫ਼ਤਾਰ ਵੀ ਤੇਜ਼ ਹੋ ਚੁੱਕੀ ਹੈ। BBC ਦੀ ਰਿਪੋਰਟ ਦੀ ਮੰਨੀਏ ਤਾਂ ਇਸ ਫੈਸਲੇ ਨੂੰ ਲੈ ਕੇ ਕੇਂਦਰ ਦੇ ਵੱਲੋਂ ਪੰਜਾਬ ਦੇ ਨਾਲ ਕਥਿਤ ਤਰੀਕੇ ਦੇ ਨਾਲ ਬਦਲੇ ਦੀ ਭਾਵਨਾ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਦਰਅਸਲ ਕੇਂਦਰ ਦੇ ਵੱਲੋਂ ਲਿਆਂਦੇ ਗਏ 3 ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਅੰਦਰ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਕੀਤਾ ਗਿਆ। ਇਸੇ ਦੇ ਤਹਿਤ ਕਿਸਾਨਾਂ ਨੇ 1 ਅਕਤੂਬਰ ਤੋਂ ਸੂਬੇ ਦੇ ਵਿੱਚ ਰੇਲ ਟਰੈਕ ਜਾਮ ਕਰ ਦਿੱਤੇ। ਪੰਜਾਬ ਵਿਧਾਨ ਸਭਾ ਦੇ ਅੰਦਰ ਕੇਂਦਰੀ ਕਾਨੂੰਨਾਂ ਦੇ ਖਿਲਾਫ ਐਕਟ ਪਾਸ ਹੋਣ ਅਤੇ ਸਰਕਾਰ ਦੀਆਂ ਗੁਜ਼ਾਰਿਸ਼ਾਂ ਤੋਂ ਬਾਅਦ ਕਿਸਾਨਾਂ ਨੇ 22 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਦਾ ਮਾਲ ਰੇਲ ਗੱਡੀਆਂ ਦੀ ਆਵਾਜਾਈ ਜਾਰੀ ਰੱਖਣ ਦੀ ਜਦੋਂ ਗੱਲ ਕਹੀ ਗਈ ਸੀ, ਉਸ ਦੇ ਉੱਤੇ ਛੂਟ ਦੇਣ ਦੀ ਗੱਲ ਕਹੀ ਗਈ। ਬਾਅਦ ਦੇ ਵਿੱਚ ਟਰੈਕਾਂ ਨੂੰ ਖਾਲੀ ਕਰਨ ਦੇ ਲਈ ਸਰਕਾਰੀ ਦਬਾਅ ਜਿਸ ਵੇਲੇ ਕਦਰਦਾ ਪਿਆ, ਉਸ ਵੇਲੇ ਕਿਸਾਨ ਪਿੱਛੇ ਹੋਏ। ਪਰ ਰੇਲਵੇ ਵਿਭਾਗ ਨੇ ਪਹਿਲਾਂ ਕਿਹਾ ਸੀ ਕਿ 24 ਤੋਂ 25 ਅਕਤੂਬਰ ਤੱਕ ਦੇ ਲਈ ਜੋ ਟ੍ਰੇਨਾਂ ਅਸੀਂ ਛੱਡਣੀਆਂ ਨੇ ਅਸੀਂ ਉਹ ਛੱਡਾਂਗੇ, ਆਵਾਜਾਈ ਸ਼ੁਰੂ ਕੀਤੀ ਜਾਏਗੀ। ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਗੱਲ ਕਹੀ ਗਈ ਕਿ 26 ਅਕਤੂਬਰ ਨੂੰ ਇਹ ਗੱਲ ਕਹੀ ਗਈ ਸੀ ਕਿ 4 ਹੋਰ ਦਿਨਾਂ ਦੇ ਲਈ ਇਹ ਮਾਲ ਗੱਡੀਆਂ ਅਸੀਂ ਨਹੀਂ ਚਲਾਵਾਂਗੇ। ਜਾਣਕਾਰੀ ਮੁਤਾਬਕ ਪੰਜਾਬ ਦੇ ਅੰਦਰ ਮਾਲ ਗੱਡੀਆਂ ਦੀ ਆਵਾਜਾਈ ਰੋਕਣ ਦੇ ਨਾਲ ਕੋਲੇ ਦੀ ਕਮੀ ਆ ਸਕਦੀ ਹੈ, ਜਿਸ ਦੇ ਨਾਲ ਸੰਕੇਤ ਇਹ ਪੈਦਾ ਕੀਤੇ ਜਾ ਰਹੇ ਨੇ ਕਿ ਬਿਜਲੀ ਦੀ ਉਪਜ ਦੇ ਵਿੱਚ, ਬਿਜਲੀ ਦੀ ਪੈਦਾਵਾਰ ਦੇ ਵਿੱਚ ਵੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਫਰਟੀਲਾਈਜ਼ਰਸ ਉਦਯੋਗਿਕ ਖੇਤਰ ਦੇ ਵਿੱਚ ਲੋੜਵੰਦ ਚੀਜ਼ਾਂ ਦੀ ਵੀ ਘਾਟ ਹੋ ਸਕਦੀ ਹੈ।
ਪੰਜਾਬ ਤੋਂ ਬਾਹਰ ਭੇਜੀਆਂ ਜਾਣ ਵਾਲੀਆਂ ਚੀਜ਼ਾਂ ਦੇ ਉੱਤੇ ਵੀ ਇੱਕ ਵੱਡਾ ਅਸਰ ਪਿਆ ਹੈ। ਵਪਾਰੀ ਖਿੱਤੇ ਨੂੰ ਲੋੜ ਦੀਆਂ ਜੋ ਵਸਤੂਆਂ ਨੇ ਉਸ ਦੀ ਘਾਟ ਇਸ ਵੇਲੇ ਪੰਜਾਬ ਦੇ ਵਿੱਚ ਨਾ ਹੋਵੇ, ਸਰਕਾਰ ਉਸ ਦੇ ਵੱਲ ਵੀ ਜ਼ਿਕਰ ਆਪਣਾ ਸਮੇਂ-ਸਮੇਂ ਦੇ ਉੱਤੇ ਕਰਦੀ ਰਹੀ ਹੈ। ਉਦਯੋਗਿਕ ਕਾਮਿਆਂ ਦੇ ਲਈ ਕੋਈ ਕੰਮਕਾਜ ਠੱਪ ਨਾ ਹੋਵੇ, ਇਸ ਕਰਕੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਮਾਲ ਗੱਡੀਆਂ ਦੀ ਸ਼ੁਰੂਆਤ ਕੀਤੀ ਜਾਵੇ। ਬਿਜਲੀ ਦੀ ਕਿੱਲਤ ਦੀ ਸੰਭਾਵਨਾ ਹਲੇ ਨਜ਼ਰ ਨਹੀਂ ਆ ਰਹੀ ਹੈ। ਮਾਲ ਗੱਡੀਆਂ ਨਾ ਚੱਲਣ ਦੇ ਕਾਰਨ ਕੋਲ ਦੀ ਕਿੱਲਤ ਵੱਡੀ ਸਮੱਸਿਆ ਬਣ ਸਕਦੀ ਸੀ। ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਸੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਨੇ ਸਾਫ਼ ਤੌਰ ਦੇ ਉੱਤੇ ਸਪਸ਼ਟ ਕਰ ਦਿੱਤਾ ਹੈ ਕਿ ਡਾਇਰੈਕਟਰ ਨੇ ਜੋ ਗੱਲ ਕਹੀ ਹੈ ਵੇਨੂ ਪ੍ਰਸਾਦ ਹੋਣਾ ਨੇ ਕਿ ਇਸ ਵੇਲੇ ਸੂਬੇ ਦੇ ਕੋਲ ਥਰਮਲ ਪਲਾਂਟਾਂ ਦੇ ਵਿੱਚ ਲੋੜਿੰਦਾ ਕੋਲ ਸੰਕਟ ਗਰਮਾ ਜ਼ਰੂਰ ਰਿਹਾ ਹੈ, ਲੇਕਿਨ ਇਸ ਕਦਰ ਨਹੀਂ ਕਿ ਹਾਹਾਕਾਰ ਪੈਦਾ ਹੋ ਜਾਏ। ਗੋਇੰਦਵਾਲ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਵਿੱਚ ਇਹ ਸੰਕੇਤ ਦਿੱਤੇ ਗਏ ਨੇ ਕਿ ਸਟਾਕ ਬਿਲਕੁਲ ਖਤਮ ਹੋ ਚੁੱਕਿਆ ਹੈ। ਹੁਣ ਰਾਜਪੁਰਾ ਥਰਮਲ ਪਲਾਂਟ ਦੇ ਕੋਲ ਹੀ 1 ਤੋਂ 2 ਦਿਨਾਂ ਦਾ ਕੋਲ ਬਚਿਆ ਹੋਇਆ ਹੈ, ਜਿਸ ਤੋਂ ਬਾਅਦ ਬਿਜਲੀ ਪੈਦਾ ਕਰਨ ਦੇ ਵਿੱਚ ਪੰਜਾਬ ਨੂੰ ਹੋ ਸਕਦਾ ਹੈ ਪਰੇਸ਼ਾਨੀ ਹੋਏ। ਵੱਡੀ ਖਬਰ ਇੱਥੇ ਹੈ ਕਿ ਕੇਂਦਰ ਨੇ 97 ਰੇਲ ਗੱਡੀਆਂ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਨ ਦੀ ਗੱਲ ਕਹਿ ਦਿੱਤੀ ਹੈ। ਇਸ ਤੋਂ ਇਲਾਵਾ ਅੱਜ ਦੇ ਸੰਕਟ ਦੀ ਗੱਲ ਕਰੀਏ ਤਾਂ ਆਰਥਿਕ ਘਾਟਾ ਵੀ ਪੰਜਾਬ ਦੇ ਲਈ ਇੱਕ ਵੱਡੀ ਸਥਿਤੀ ਖਰਾਬ ਕਰ ਸਕਦਾ ਹੈ। ਜੇਕਰ ਇਹਨਾਂ ਹਾਲਾਤਾਂ ਦੇ ਵਿੱਚ ਗੱਡੀਆਂ ਨਾ ਚੱਲੀਆਂ ਤਾਂ ਕੀ ਕੋਲ ਦੀ ਕਿੱਲਤ ਦੇ ਕਾਰਨ ਪੰਜਾਬ ਦੇ ਵਿੱਚ ਬਿਜਲੀ ਠੱਪ ਹੋ ਜਾਏਗੀ? ਇਹ ਇੱਕ ਵੱਡਾ ਸਵਾਲ ਹੈ। ਇਸ ਸਵਾਲ ਦੇ ਜਵਾਬ ਦੇ ਵਿੱਚ ਵੇਨੂ ਪ੍ਰਸਾਦ ਹੋਣੀ ਕਹਿੰਦੇ ਨੇ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰ ਐਕਸਚੇਂਜ ਦੇ ਜ਼ਰੀਏ ਬਿਜਲੀ ਖਰੀਦ ਰਿਹਾ ਹੈ, ਪਰ ਕੋਲ ਦੀ ਸਪਲਾਈ ਦੇ ਨਾਲ ਸੂਬੇ ਦੇ ਥਰਮਲ ਪਲਾਂਟ ਸੁਚਾਰੂ ਚੱਲ ਸਕਦੇ ਹਨ ਅਤੇ ਬਿਜਲੀ ਖਰੀਦਣ ਦੀ ਸਾਨੂੰ ਕੋਈ ਲੋੜ ਪਏਗੀ ਨਹੀਂ। ਸਰਕਾਰ ਨੂੰ ਹੋਰ ਘਾਟਾ ਇਸ ਦੇ ਵਿੱਚ ਨਹੀਂ ਹੋਵੇਗਾ। ਵਪਾਰ ਅਤੇ ਉਦਯੋਗਿਕ ਖੇਤਰ ਦੇ ਵਿੱਚ ਇਸ ਦਾ ਕੀ ਕੁਝ ਅਸਰ ਪਾਇਆ ਜਾ ਰਿਹਾ ਹੈ? ਪੰਜਾਬ ਦੇ ਉਦਯੋਗ ਅਤੇ ਕਾਮਕਾਰ ਜੋ ਚੀਜ਼ਾਂ ਸੀਗੀਆਂ ਉਸ ਦੇ ਵਿੱਚ ਅਸਰ ਤਾਂ ਪਾਇਆ ਗਿਆ, ਲੇਕਿਨ ਇਸ ਵੇਲੇ ਸਾਫ਼ ਤੌਰ ਦੇ ਉੱਤੇ ਕੈਬਨਿਟ ਵੀ ਮੰਨਦੀ ਹੈ ਕਿ ਮਾਲ ਗੱਡੀਆਂ ਨਾ ਚੱਲਣ ਦੇ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਉਦਯੋਗਾਂ ਦੀ ਅਸੀਂ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਲੋੜਵੰਦ ਸਮਾਨ ਚਾਹੀਦਾ ਹੁੰਦਾ ਹੈ, ਇੰਡਸਟਰੀਜ਼ ਦੇ ਵਿੱਚ ਉਹ ਆ ਨਹੀਂ ਪਾ ਰਿਹਾ। ਐਕਸਪੋਰਟ ਹੋਣ ਵਾਲਾ ਸਮਾਨ ਵੀ ਇਸ ਵੇਲੇ ਰੇਲਵੇ ਸਟੇਸ਼ਨਾਂ ਦੇ ਉੱਤੇ ਰੁਕਿਆ ਪਿਆ ਹੈ। ਜੋ ਕਮਾਈ ਆਣੀ ਸੀ ਜਾਂ ਜੋ ਪੈਸਾ ਆਣਾ ਸੀ ਸਟੇਟ ਦੇ ਵਿੱਚ ਕਿਸੇ ਵੀ ਹਵਾਲੇ ਦੇ ਜ਼ਰੀਏ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਆਉਣ ਵਾਲਾ ਸਟੇਟ ਦੇ ਵਿੱਚ ਪੈਸਾ ਇਸ ਵੇਲੇ ਰੁਕਿਆ ਹੋਇਆ, ਤਾਂ ਇਸ ਵੇਲੇ ਜ਼ਰੂਰਤ ਸੀ ਕਿ ਕਿਸਾਨਾਂ ਦੇ ਨਾਲ ਭਾਵੇਂ ਕੇਂਦਰ ਜਾਂ ਸੂਬਾ ਸਰਕਾਰ ਗੱਲ ਕਰੇ ਅਤੇ ਉਹਨਾਂ ਦੇ ਇਸ ਧਰਨੇ ਨੂੰ ਇਸ ਕਦਰ ਥੋੜਾ ਪਿੱਛੇ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏ, ਨਾ ਕਿ ਸੋਚ ਦੇ ਪੱਖੋਂ ਨਾ ਸੰਘਰਸ਼ ਦੇ ਪੱਖੋਂ ਸਿਰਫ ਤੇ ਸਿਰਫ ਕਿ ਰੇਲਵੇ ਟਰੈਕ ਖਾਲੀ ਹੋ ਜਾਣ ਤਾਂ ਦਿੱਲੀੋਂ ਆਉਣ ਵਾਲੀਆਂ ਟ੍ਰੇਨਾਂ ਪੰਜਾਬ ਦੇ ਲਈ ਸਾਜੋ ਸਮਾਨ ਭਾਵੇਂ ਇੰਡਸਟਰੀ ਦਾ ਭਾਵੇਂ ਲੋੜਵੰਦ ਭਾਵੇਂ ਕੋਲ ਲਿਆ ਸਕਣ। ਕਿਸਾਨਾਂ ਦਾ ਵੀ ਨੁਕਸਾਨ ਹੋਵੇ ਤੇ ਪੰਜਾਬੀਆਂ ਦਾ ਨੁਕਸਾਨ ਹੋਵੇ, ਕਿਉਂਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹਨੇ ਪੂਰੇ ਹਿੰਦੁਸਤਾਨ ਦੇ ਵਿੱਚ ਲੀਡ ਕੀਤਾ ਔਰ ਕਿਸਾਨਾਂ ਨੇ ਔਰ ਗਵਰਨਮੈਂਟ ਨੇ ਆਪਣੀ ਵਿਧਾਨ ਸਭਾ 'ਚ ਆ ਕੇ ਜਿਹੜਾ ਬਿੱਲ ਜਿਹੜੇ ਰੱਦ ਕੀਤੇ ਗਏ ਉਹਨਾਂ ਦੇ ਵਿੱਚ ਇਹ ਕਿਹਾ ਕਿ ਇਸ ਜਿਹੜੀ ਐਜੀਟੇਸ਼ਨ ਹੈ ਇਹ ਕੋਈ ਥੋੜੇ ਦਿਨਾਂ ਦੀ ਇਹ ਲੰਬੀ ਵੀ ਚੱਲ ਸਕਦੀ ਔਰ ਕਾਫੀ ਲੰਬੀ ਵੀ ਹੋ ਸਕਦੀ ਹੈ। ਇਹ ਸਾਰੀਆਂ ਗੱਲਾਂ ਉਹਨਾਂ ਨੂੰ ਵਿਚਾਰ ਵਟਾਂਦਰਾ ਹੋਇਆ ਔਰ ਉਹਨਾਂ ਬੜੇ ਵਧੀਆ ਤਰੀਕੇ ਨਾਲ ਇਹਦੇ 'ਤੇ ਸਾਡੀ ਗੱਲਬਾਤ ਸੁਣੀ। ਰਾਵਤ ਸਾਹਿਬ ਉਹ ਕਹਿ ਕੇ ਗਏ ਨੇ ਕਿ ਅਸੀਂ ਜਿਹੜਾ ਆਪਣਾ ਧਰਨਾ ਜਿਹੜਾ ਪ੍ਰਾਈਵੇਟ ਕਾਰਪੋਰੇਟ ਜਿਹੜੇ ਘਰਾਣੇ ਉਹਨਾਂ ਦੇ ਲਾਈਨਾਂ ਤੇ ਲਗਾਏ ਗਏ ਜਿਹੜੇ ਉਹਨਾਂ ਦੇ ਥਰਮਲ ਹਾਊਸ ਹੈਗੇ ਅਸੀਂ ਉਹ ਖਾਲੀ ਨਹੀਂ ਕਰਾਂਗੇ। ਦੇਖੋ ਇਹੀ ਗੱਲ ਜਿਹੜੀ ਸੀ ਮੈਂ ਤੁਹਾਨੂੰ ਪਹਿਲਾਂ ਤੁਸੀਂ ਮੇਰੇ ਕਲੀਅਰ ਨਹੀਂ ਸੁਣੀ। ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਾਈਵੇਟ ਲਾਈਨ ਜਿਹੜੀ ਉਹਨਾਂ ਦੀ ਆਪਣੀਆਂ ਨੇ ਉਹਨਾਂ ਦੇ ਧਰਨੇ ਲਗਾਏ ਨੇ, ਉਹਦੇ 'ਚ ਮੈਂ ਵੀ ਇਹ ਮਹਿਸੂਸ ਕਰਦਾ ਕਿ ਇੱਕ ਸਾਈਡ ਨੂੰ ਜਿਹੜੇ ਧਰਨੇ ਲਾਏ ਗਏ ਨੇ ਉਹਨਾਂ ਨੂੰ ਵੀ ਗਵਰਨਮੈਂਟ ਆਫ ਇੰਡੀਆ ਨੂੰ ਇਗਨੋਰ ਕਰਕੇ ਔਰ ਪੰਜਾਬ ਦੇ ਵਿੱਚ ਬਾਕੀ ਟ੍ਰੇਨਾਂ ਨੂੰ ਇਮੀਡੀਏਟ ਚਾਲੂ ਕਰਨਾ ਚਾਹੀਦਾ ਔਰ ਜਿਹੜੀ ਜਿਸ ਵੇਲੇ ਸਮੂਥਲੀ ਕੰਮ ਚੱਲੇਗਾ ਉਹਦੇ ਬਾਅਦ ਕਈ ਫੈਸਲੇ ਹੁੰਦੇ ਨੇ, ਕਈ ਗੱਲਾਂ ਆਉਂਦੀਆਂ ਨੇ, ਉਹਨਾਂ ਚੀਜ਼ਾਂ ਦੇ ਵਿੱਚ ਕਾਫੀ ਹੋ ਜਾਂਦਾ, ਪਰ ਗਵਰਨਮੈਂਟ ਆਫ ਇੰਡੀਆ ਨੂੰ ਇੰਨਾ ਰਿਜ਼ਲਟ ਨਹੀਂ ਹੋਣਾ ਚਾਹੀਦਾ। ਇੱਕ ਅਪੀਲ ਵੀ ਕੀਤੀ ਅੱਜ ਕਿ ਕੇਂਦਰ ਦੀ ਜਿਹੜੀ ਨੀਅਤ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ, ਕਿਉਂਕਿ ਜਿਹੜੀ ਸਭ ਤੋਂ ਪੀਸਫੁਲ ਮੂਵਮੈਂਟ ਜਿਹੜੀ ਹੈ ਕਿਸਾਨੀ ਦੀ ਚੱਲ ਰਹੀ ਹੈਗੀ ਹੈ, ਉਹਦੇ ਵਿੱਚ ਸਾਰੇ ਰਲ ਮਿਲ ਕੇ ਕੇਂਦਰ ਦੀ ਜਿਹੜੀ ਬਦਨੀਤੀ ਹੈਗੀ ਹੈ ਉਹਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਆਪਣੇ ਮਾਹੌਲ ਨੂੰ ਠੀਕ ਰੱਖ ਕੇ ਇਸ ਐਜੀਟੇਸ਼ਨ ਨੂੰ ਕੇਂਦਰ ਵਾਲੇ ਪਾਸੇ ਨੂੰ ਹੀ ਕੇਂਦਰਿਤ ਰੱਖੀਏ, ਇਹ ਵੀ ਅਪੀਲ ਕੀਤੀ ਗਈ ਆਪਸ ਵਿੱਚ। ਇਸ ਤੋਂ ਇਲਾਵਾ ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡਾ ਝਟਕਾ ਪੈਦਾ ਹੋ ਸਕਦਾ ਹੈ? ਆਰਡੀਐਫ
ਪੇਂਡੂ ਵਿਕਾਸ ਦੇ ਲਈ ਜਾਰੀ ਕੀਤੀ ਜਾਣ ਵਾਲੀ ਰਾਸ਼ੀ ਕੇਂਦਰ ਦੇ ਵੱਲੋਂ ਰੋਕ ਦਿੱਤੀ ਗਈ ਹੈ। ਇਸ ਦੇ ਉੱਤੇ ਵੀ ਰੋਸ਼ਨੀ ਪਾ ਕੇ ਹੁਣ ਗੱਲ ਕਰ ਹੀ ਲੈਂਦੇ ਆ। ਪੰਜਾਬ ਦੇ ਵਿੱਚ ਸਾਲ ਭਰ ਦੇ ਵਿੱਚ ਸਰਕਾਰ ਇੱਕ ਫੰਡ ਜਾਰੀ ਕਰਦੀ ਹੈ ਜਿਸ ਦੇ ਵਿੱਚ ਪੇਂਡੂ ਹਲਕਿਆਂ ਦੇ ਵਿਕਾਸ ਦੇ ਲਈ ਸੂਬਾ ਸਰਕਾਰਾਂ ਨੂੰ ਪੈਸੇ ਦਿੱਤੇ ਜਾਂਦੇ ਨੇ। ਇਹ ਪੈਸੇ ਹੋ ਸਕਦਾ ਕਦੇ-ਕਦਾਰ ਕਿਸ਼ਤਾਂ ਦੇ ਵਿੱਚ ਦਿੱਤੇ ਜਾਂਦੇ ਹੋਣ, CCL ਲਿਮਿਟ ਦੇ ਨਾਲ ਦੇ ਦਿੱਤੇ ਜਾਂਦੇ ਹੋਣ, ਲੇਕਿਨ ਇਸ ਵਾਰ ਦੀ ਕੇਂਦਰ ਦੇ ਵੱਲੋਂ ਜਾਰੀ ਕੀਤੀ ਗਈ ਚਿੱਠੀ ਦੇ ਵਿੱਚ RDF ਦਾ ਪੈਸਾ ਕਿਤੇ ਵੀ ਲਿਖਿਆ ਨਹੀਂ ਗਿਆ। ਉਸ ਦੇ ਸਾਹਮਣੇ ਕੁਝ ਜਗ੍ਹਾ ਖਾਲੀ ਛੱਡੀ ਗਈ, ਯਾਨੀ ਕਿ ਤਕਰੀਬਨ 1000 ਕਰੋੜ ਰੁਪਇਆ ਜੋ ਪੰਜਾਬ ਦਾ ਬਣਦਾ ਸੀ ਕੇਂਦਰ ਦੇ ਵੱਲੋਂ ਉਹ ਆਇਆ ਨਹੀਂ। ਇਸ ਨੂੰ ਲੈ ਕੇ ਵੀ ਹੁਣ ਕੇਂਦਰ ਦੇ ਨਾਲ ਪੰਜਾਬ ਦੀ ਸੂਬਾ ਸਰਕਾਰ ਦੀ ਖਿੱਚੋਤਾਣ ਹੁਣ ਸ਼ੁਰੂ ਹੋਣ ਜਾ ਰਹੀ ਹੈ। ਇਹ ਖਿੱਚੋਤਾਣ ਕਿਉਂ ਹੋਵੇਗੀ? ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਵਿਕਸਿਤ ਹੋਣ, ਸਾਡੇ ਪਿੰਡ ਵੀ ਸ਼ਹਿਰਾਂ ਦੀ ਤਰਜ਼ ਦੇ ਉੱਤੇ ਤਿਆਰ ਕੀਤੇ ਜਾਣ ਤਾਂ ਜੋ ਕਿ ਪਿੰਡਾਂ ਤੋਂ ਲੋਕ ਉੱਠ ਕੇ ਸ਼ਹਿਰਾਂ ਦੇ ਵੱਲ ਕੰਮਕਾਜ ਦੇ ਲਈ ਨਾ ਆਉਣ। ਇਸ ਬਾਬਤ ਉਹਨਾਂ ਨੇ ਕਿਹਾ ਕਿ ਹੁਣ ਤੱਕ ਸਰਕਾਰ ਨੇ 816 ਕਰੋੜ ਖਰਚ ਦਿੱਤੇ ਨੇ। ਹੁਣ ਇਸ ਵੇਲੇ ਇਹ ਵੀ ਸਵਾਲ ਪੈਦਾ ਹੋ ਰਿਹਾ ਹੈ ਕਿ ਜੇਕਰ ਸਰਕਾਰ ਨੇ ਪਿਛਲੇ ਸਾਲ ਦੇ ਵਿੱਚ ਟਰਮ ਦੇ ਵਿੱਚ 816 ਕਰੋੜ ਖਰਚੇ ਸੀ ਅਤੇ ਹੁਣ ਨਵੇਂ ਹੋਰ ਕੈਬਨਿਟ ਮੰਤਰੀਆਂ ਨੇ ਇਸੇ ਮੁਹਿੰਮ ਦੇ ਤਹਿਤ ਆਪਣੇ ਪਿੰਡਾਂ ਦੇ ਵਿੱਚ ਜਾਂ ਆਪਣੇ ਹਲਕਿਆਂ ਦੇ ਵਿੱਚ ਸ਼ੁਰੂਆਤ ਕੀਤੀ ਹੈ ਕਿ ਪਿੰਡਾਂ ਦੇ ਵਿਕਾਸ ਦੇ ਉੱਤੇ ਜ਼ੋਰ ਪਾਇਆ ਜਾਏ, ਤਾਂ ਹੁਣ ਜੇਕਰ ਪੈਸਾ ਨਹੀਂ ਆ ਰਿਹਾ ਤਾਂ ਕੀ ਉਹ ਵਿਕਾਸ ਰੁਕ ਜਾਏਗਾ? ਜਾਂ ਸੂਬੇ ਨੂੰ ਪਤਾ ਸੀ ਕਿ ਇਹ ਰਕਮ ਰੋਕੀ ਜਾ ਸਕਦੀ ਹੈ? ਇਸ ਕਰਕੇ ਹਾਲ ਫਿਲਹਾਲ ਦੇ ਵਿੱਚ ਹੀ ਇਹਨਾਂ ਕਰੋਨਾ ਕਾਲ ਦੇ ਦੌਰਾਨ ਹੀ ਬੈਠਕਾਂ ਸੱਦ ਕੇ ਆਨਲਾਈਨ ਕਾਨਫਰੰਸਾਂ ਕਰਕੇ ਇਸ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਕਿ ਪੰਜਾਬ ਦੀ ਜਨਤਾ ਦੇ ਸਾਹਮਣੇ ਇਹ ਗੱਲ ਕਹੀ ਜਾ ਸਕਦੀ ਸੀ ਕਿ ਜੀ ਅਸੀਂ ਪਿਛਲੇ 1 ਸਾਲ ਤੋਂ ਇਹਨਾਂ ਸੇਵਾਵਾਂ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਹੁਣ ਪੈਸਾ ਜਿਹੜਾ ਨਹੀਂ ਆਇਆ ਉਹ ਕੇਂਦਰ ਤੋਂ ਨਹੀਂ ਆਇਆ। ਇੱਥੇ ਆ ਕੇ ਅੜਿੱਕਾ ਅੜਦਾ ਹੈ। ਪਿੰਡੂ ਵਿਕਾਸ ਫੰਡ ਆ ਉਹਦੀ ਮਿਸਯੂਜ਼ ਪੰਜਾਬ ਸਰਕਾਰ ਨੇ ਬਾਦਲ ਸਾਹਿਬ ਵੇਲੇ ਔਰ ਹੁਣ ਕੈਪਟਨ ਸਾਹਿਬ ਵੇਲੇ ਕਿਵੇਂ ਉਹਦੀ ਮਿਸਯੂਜ਼ ਹੋ ਰਹੀ ਆ ਔਰ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਇੱਕ ਕੇਂਦਰ ਸਰਕਾਰ ਨੂੰ ਜਿਹੜਾ ਹੈਗਾ ਦੇ ਰਹੇ ਨੇ ਕਿ ਤੁਸੀਂ ਸਾਡੀ ਇਹ ਰੋਕੋ, ਕਿਉਂਕਿ 4500 ਕਰੋੜ ਰੁਪਈਆ ਦਾ ਲੋਨ ਪੰਜਾਬ ਸਰਕਾਰ ਨੇ ਲਿਆ ਸੀਗਾ ਕਿ ਫਾਰਮਰ ਡੈਪਟ ਰਿਲੀਫ ਸਕੀਮ ਦੇ ਲਈ ਕਿ ਕਿਸਾਨਾਂ ਦਾ ਅਸੀਂ ਕਰਜ਼ਾ ਮਾਫ ਕਰਨਾਗਾ। ਉਹਦੇ 4500 ਕਰੋੜ ਰੁਪਇਆ ਲਿਆ ਸੀਗਾ। ਇਸ ਤੋਂ ਬਿਨਾਂ ਇੱਕ ਸਮਾਰਟ ਵਿਲੇਜ ਸਕੀਮ ਪਿੰਡਾਂ ਨੂੰ ਜਿਹੜਾ ਹੈਗਾ ਪਿੰਡਾਂ ਦਾ ਸੁੰਦਰੀਕਰਨ ਕਰਨਾ ਸੀਗਾ, ਉਹਦੇ ਲਈ ਲੋਨ ਲਿਆ ਸੀਗਾ। ਉਸ ਲੋਨ ਦੇ ਵਿੱਚ ਜਿੰਨੀ ਇਹ ਪੇਮੈਂਟ ਆਉਂਦੀ ਆ ਲਗਭਗ 1750 ਕਰੋੜ ਰੁਪਈਆ 1000 ਕਰੋੜ ਰੁਪਈਆ ਜਿਹੜਾ ਹੈਗਾ ਜੀਰੀ ਦਾ ਆਉਂਦਾਗਾ, ਝੋਨੇ ਦਾ ਆਉਂਦਾਗਾ ਔਰ 750 ਕਰੋੜ ਰੁਪਈਆ ਜਿਹੜਾ ਹੈਗਾ ਉਹ ਕਣਕ ਦਾ ਆਉਂਦਾਗਾ। ਇਹ 1750 ਕਰੋੜ ਰੁਪਈਆ ਸਾਲਾਨਾ ਜਿਹੜਾ ਫੰਡ ਆਉਂਦਾਗਾ ਇਹ ਸਿਰਫ ਤੇ ਸਿਰਫ ਪੇਂਡੂ ਖੇਤਰ 'ਚ ਖਰਚ ਹੋਣਾ ਹੁੰਦਾ। ਇਹ ਸਿਰਫ ਜਿਹੜਾ ਹੈਗਾ ਪਿੰਡਾਂ ਦੀਆਂ ਸੜਕਾਂ, ਪਿੰਡਾਂ ਦੀਆਂ ਮੰਡੀਆਂ, ਪਿੰਡਾਂ ਦੀ ਡਿਵੈਲਪਮੈਂਟ, ਜਿਹੜੀਆਂ ਛੋਟੀਆਂ ਮੰਡੀਆਂ ਕਿਵੇਂ ਡਿਵੈਲਪ ਕਰ ਰਹੀਆਂ ਨੇ, ਕਿਵੇਂ ਕਿਸਾਨ ਦਾ ਜਿਹੜਾ ਜਿੱਥੇ ਫਸਲ ਵੇਚਦਾ ਕਿਸਾਨ ਆ ਕੇ ਉਹ ਇਨਫਰਾਸਟ੍ਰਕਚਰ ਨੂੰ ਕਿਵੇਂ ਜਿਹੜਾ ਮਜ਼ਬੂਤ ਕਰਨਾਗਾ ਉਹਦੇ ਲਈ ਫੰਡ ਯੂਜ਼ ਹੁੰਦਾ। ਪਰ ਲੇਕਿਨ ਪੰਜਾਬ ਦੀ ਪੁਰਾਣੀ ਸਰਕਾਰ, ਬਾਦਲ ਸਾਹਿਬ ਦੀ ਸਰਕਾਰ ਚਾਹੇ ਕੈਪਟਨ ਸਾਹਿਬ ਦੀ ਸਰਕਾਰ ਆ, ਇਹਨਾਂ ਨੇ ਸਾਰਾ ਪੈਸਾ ਜਿਹੜਾ ਹੈਗਾ ਇਹ ਮਿਸਯੂਜ਼ ਕੀਤਾਗਾ ਦੋਨਾਂ ਸਰਕਾਰਾਂ ਨੇ ਔਰ 4500 ਕਰੋੜ ਰੁਪਏ ਦਾ ਵਿਆਜ ਦੇਣ ਦੇ ਵਿੱਚ ਜਿਹੜਾ ਇਹਨਾਂ ਮਿਸਯੂਜ਼ ਕੀਤਾਗਾ ਤਾਂ ਹੀ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਬੰਦ ਕੀਤਾਗਾ। ਕੇਂਦਰ ਸਰਕਾਰ ਦੀ ਜਿਹੜੀ ਫਸਟ ਜਿਹੜੀ ਸਕੀਮ ਆ, ਜਿਹੜੇ 3 ਬਿੱਲ ਪਾਸ ਹੋਏ ਨੇ ਉਹਨੂੰ ਲਾਗੂ ਕਰਨ ਦੀ ਪਹਿਲੀ ਸਕੀਮ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਆ ਜਿਹੜਾ ਲੈਟਰ ਹੈਗਾ ਲੈਟਰ ਡੇਟਡ 23/10 ਦਾ ਲੈਟਰ ਜਿਹੜਾ ਹੈਗਾ 2020 ਦਾ ਲੈਟਰ ਜਿਹੜਾ ਇਹਦੇ ਵਿੱਚ ਬੜਾ ਸਪਸ਼ਟ ਲਿਖਿਆ ਗਿਆ ਕਿ ਆਹ ਦੀ ਕਲੌਜ ਕਲੌਜ ਆ ਇਹਦੇ ਵਿੱਚ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਕਿ 3% ਸੀਗਾ MSP ਤੇ 3% MSP ਤੇ ਸੀਗਾ ਉਹ ਟੋਟਲ ਜਿਹੜਾ ਹੈਗਾ ਉਹਦਾ ਖਾਨਾ ਖਾਲੀ ਛੱਡਤਾ, ਖਤਮ ਹੋ ਗਿਆ। ਯਾਨੀ ਕਿ ਗਵਰਨਮੈਂਟ ਆਫ ਇੰਡੀਆ ਨੇ ਬਿਲਕੁਲ ਇਹਨੂੰ ਬੰਦ ਕਰਤਾ। ਸੋ ਇਹਦੇ ਨਾਲ ਕੀ ਹੋਣਾਗਾ? ਸੋ ਇਹਦਾ ਕਾਰਨ ਕੀ ਦੱਸਿਆ ਗਿਆ? ਕਾਰਨ ਪਿੱਛੇ ਦੱਸਿਆ ਗਿਆ, ਬੜਾ ਸਪਸ਼ਟ ਲਿਖਿਆ, ਮੈਟਰ ਰਿਲੇਟਡ ਟੂ deduction from MSC made by the state and the utilization of RD fees for the purpose of development of procurement center is under scrutiny ਆ। ਕਿਉਂ ਆਗਾ? ਕਿਉਂਕਿ ਪੰਜਾਬ ਸਰਕਾਰ ਨੇ, ਪਹਿਲਾਂ ਬਾਦਲ ਸਰਕਾਰ ਨੇ, ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਕੈਪਟਨ ਸਾਹਿਬ ਦੀ ਸਰਕਾਰ ਨੇ ਲਗਾਤਾਰ ਮਿਸਯੂਜ਼ ਕੀਤਾ ਗਿਆ। ਸੋ ਇਹ ਸ਼ੁਰੂਆਤ ਆ। ਜਿਹੜੇ 3 ਬਿੱਲ ਪਾਸ ਹੋਏ ਨੇਗੇ, ਜਿਹੜੇ 3 ਕਾਲੇ ਕਾਨੂੰਨ ਪਾਸ ਹੋਏ ਨੇ ਕੇਂਦਰ ਸਰਕਾਰ ਨੇ, ਉਹਨਾਂ ਦੀ ਸ਼ੁਰੂਆਤ ਹੋਈ ਆ ਗਿਆ। ਲੈਟਰ ਜਿਹੜਾ ਹੈਗਾ ਇਹ ਦੱਸਦਾਗਾ ਕਿ ਕਿਸ ਤਰ੍ਹਾਂ ਉਹ ਫੰਡ ਰੋਕਿਆ ਗਿਆ ਹੈਗਾ। ਉਹ ਫੰਡ ਰੋਕਣ ਦਾ ਕਾਰਨ ਕੀ ਆ ਕਿ ਕਾਨੂੰਨ ਦੀ ਉਹ ਜਿਹੜਾ ਕਾਨੂੰਨ ਸੈਂਟਰ ਦਾ ਕਾਨੂੰਨ ਹੈਗਾ ਉਹ ਕਾਨੂੰਨ ਦੀਆਂ ਸ਼ਰਤਾਂ ਨੇਗੀਆਂ, ਉਹ ਕਾਨੂੰਨ ਦੇ ਵਿੱਚ ਲਿਖਿਆ ਗਿਆ। ਸੋ ਪਹਿਲੀ ਜਿਹੜੀ ਆ 3% ਉਡਾ ਦਿੱਤੀ ਗਈ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾਗਾ? ਅਗਲੀ ਵਾਰ ਆੜ੍ਹਤੀਆਂ ਦੀ ਉਡਾ ਦੇਣਗੇ, ਉਸ ਤੋਂ ਬਾਅਦ ਜਿਹੜਾ ਹੈਗਾ ਮਾਰਕੀਟ ਫੀਸ ਉਡਾ ਦੇਣਗੇ। ਲਗਾਤਾਰ ਜਿਹੜਾ ਹੈਗਾ
ਆ ਪਹਿਲਾ ਲੈਟਰ ਜਿਹੜਾ ਹੈਗਾ ਇੰਪਲੀਮੈਂਟੇਸ਼ਨ ਦਾ, ਔਰ ਇਹਦੇ ਵਿੱਚ ਮੈਂ ਸਮਝ ਤਾਂ ਹੋ ਰਿਹਾ ਕਿਉਂਕਿ ਪੰਜਾਬ ਸਰਕਾਰ, ਚਾਹੇ ਬਾਦਲ ਸਾਹਿਬ ਦੀ ਸਰਕਾਰ ਆ ਚਾਹੇ ਉਹ ਕੈਪਟਨ ਸਾਹਿਬ ਦੀ ਸਰਕਾਰ ਆ, ਇਹਨਾਂ ਦੋਨਾਂ ਸਰਕਾਰਾਂ ਨੇ ਇਸ ਪੈਸੇ ਦਾ ਮਿਸਯੂਜ਼ ਕਰਕੇ ਜਿਹੜਾ ਹੈਗਾ ਕੇਂਦਰ ਨੂੰ ਰਾਹ ਪੱਧਰਾ ਕੀਤਾ ਗਿਆ ਕਿ ਤੁਸੀਂ ਸਾਡਾ ਫੰਡ ਰੋਕ ਲਓ। ਸੋ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਤੁਹਾਨੂੰ ਪਤਾ ਗਾ ਕਿ ਪੰਜਾਬ ਪੂਰਾ ਜਿਹੜਾ ਹੈਗਾ ਇਸ ਸਮੇਂ ਧਰਨਿਆਂ ਦਾ ਪ੍ਰਦੇਸ਼ ਬਣਿਆ ਹੈ। ਪੂਰੇ ਪੰਜਾਬ ਵਿੱਚ ਜਿਹੜਾ ਹੈਗਾ ਪ੍ਰੋਟੈਸਟ ਹੋ ਰਹੇ ਨੇਗੇ, ਔਰ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਫਾਰਮਰ ਦੀ, ਪੰਜਾਬ ਦੇ ਲੋਕਾਂ ਦੀ ਬਾਂਹ ਮਰੋੜ ਰਹੀ ਆ। ਪੰਜਾਬ ਦੇ ਵਿੱਚ ਜੋ ਵੀ ਫਰਟੀਲਾਈਜ਼ਰਸ ਪਲਾਂਟ ਨੇ ਉਹਨਾਂ ਦੇ ਕੰਮਕਾਜ ਚੱਲਦੇ ਰਹਿਣ, ਇਸ ਦੇ ਉੱਤੇ ਸਰਕਾਰ ਜ਼ੋਰ ਦੇ ਕੇ ਰੱਖ ਰਹੀ ਹੈ। ਜੇ ਸੂਬੇ ਦੇ ਵਿੱਚ ਕੋਲੇ ਦੀ ਕਿੱਲਤ ਆ ਜਾਵੇਗੀ ਤਾਂ ਬਿਜਲੀ ਪ੍ਰਭਾਵਿਤ ਹੋਈ ਤਾਂ ਖੇਤੀਬਾੜੀ ਵੀ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਬਿਜਲੀ ਦੇ ਸੀਜ਼ਨ ਦੇ ਵਿੱਚ ਪਾਣੀ ਚਾਹੀਦਾ ਹੁੰਦਾ ਕਿਸਾਨਾਂ ਨੂੰ ਅਤੇ ਉਹ ਪਾਣੀ ਪਹੁੰਚਦਾ ਬੋਰਵੈਲ ਦੇ ਜ਼ਰੀਏ। ਬੋਰਵੈਲ ਚੱਲਦੇ ਨੇ ਸਰਕਾਰ ਵੱਲੋਂ ਦਿੱਤੀ ਗਈ ਬਿਜਲੀ ਤੋਂ। ਕਹਿੰਦੇ ਨੇ ਕਿ ਇਸ ਤੋਂ ਇਲਾਵਾ ਖਰੀਦੀ ਹੋਈ ਫਸਲ ਜੋ ਗੋਦਾਮਾਂ ਦੇ ਵਿੱਚ ਪਈ ਹੈ ਉਹ ਵੀ ਮਾਲ ਗੱਡੀਆਂ ਜ਼ਰੀਏ ਹੀ ਬਾਹਰ ਭੇਜੀ ਜਾਣੀ ਹੈ। ਮਾਲ ਗੱਡੀਆਂ ਜੇਕਰ ਆ ਨਹੀਂ ਰਹੀਆਂ ਤਾਂ ਵਾਪਸ ਜਾਣਗੀਆਂ ਕਿਵੇਂ? ਇਸ ਦੇ ਲਈ ਹੀ ਮਾਲ ਗੱਡੀਆਂ ਦੀ ਆਵਾਜਾਈ ਨਿਰਵਿਘਨ ਤਰੀਕੇ ਦੇ ਨਾਲ ਚੱਲਦੀ ਰਹੇ, ਇਹ ਪੰਜਾਬ ਸਰਕਾਰ ਦੀ ਇੱਕ ਗੁਹਾਰ ਸੀ। ਕੇਂਦਰ ਨੇ ਇਸ ਦੇ ਉੱਤੇ ਕੰਮ ਕੀਤਾ ਤੇ ਹੁਣ 97 ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੱਡੀਆਂ ਦੀ ਆਵਾਜਾਈ ਦੇ ਲਈ ਜਗ੍ਹਾ ਛੱਡ ਦਿੱਤੀ ਜਾਏ। ਕਿਸਾਨ ਭਾਵੇਂ ਧਰਨੇ ਦੇ ਉੱਤੇ ਬੈਠੇ ਰਹਿਣ ਲੇਕਿਨ ਪਟੜੀਆਂ ਦੇ ਨੇੜੇ ਨਹੀਂ, ਕਿਉਂਕਿ ਸਾਲ 2018 ਦੇ ਵਿੱਚ ਜੋ ਇੱਕ ਘਟਨਾ ਵਾਪਰੀ ਸੀ ਉਸ ਤੋਂ ਹਲੇ ਵੀ ਦੇਸ਼ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪੰਜਾਬ ਉਭਰਨ ਦੀ ਕੋਸ਼ਿਸ਼ ਕਰ ਰਿਹਾ। ਜਿਸ ਵੇਲੇ ਦੁਸ਼ਹਿਰੇ ਦੇ ਦਿਨ ਮੌਕੇ ਉੱਥੇ ਇੱਕ ਰੇਲਵੇ ਹਾਦਸਾ ਹੋਇਆ ਸੀ, ਸਾਲ 2017-18 ਦੀ ਘਟਨਾ ਦੀ ਅਸੀਂ ਗੱਲ ਕਰ ਰਹੇ ਹਾਂ। ਇੱਥੇ ਇਸ ਵੇਲੇ ਜ਼ੋਰ ਦੇਣਾ ਇਸ ਕਰਕੇ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਸਮੇਂ-ਸਮੇਂ ਤੇ ਕਿਸਾਨੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੁਲਾਕਾਤ ਵੀ ਕੀਤੀ, ਲੇਕਿਨ ਮੁਲਾਕਾਤ ਦਾ ਕੋਈ ਸਿੱਟਾ ਨਿਕਲ ਕੇ ਸਾਹਮਣੇ ਆਇਆ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਮੰਤਰੀ ਦੇ ਨਾਲ ਅਸੀਂ ਗੱਲਬਾਤ ਤਾਂ ਕੀਤੀ ਹੈ, ਲੇਕਿਨ ਉਹਨਾਂ ਨੇ ਕੁਝ ਸ਼ਰਤਾਂ ਪੰਜਾਬ ਸਰਕਾਰ ਦੇ ਸਾਹਮਣੇ ਰੱਖ ਦਿੱਤੀਆਂ। ਉਹ ਸ਼ਰਤਾਂ ਕੀ ਸਨ? ਸ਼ਰਤਾਂ ਇਹ ਸੀਗੀਆਂ ਕਿ ਜੀ ਯਕੀਨੀ ਬਣਾਇਆ ਜਾਏ ਕਿ ਰੇਲਵੇ ਟਰੈਕ ਖਾਲੀ ਰਹਿਣਗੇ। ਜੰਮੂ ਕਸ਼ਮੀਰ ਦੇ ਵਿੱਚ ਲਦਾਖ ਦੇ ਲਈ, ਲੀਹ ਲਦਾਖ ਦੇ ਲਈ ਭੇਜੀਆਂ ਜਾਣ ਵਾਲੀਆਂ ਟ੍ਰੇਨਾਂ ਨੂੰ ਰੋਕਿਆ ਨਹੀਂ ਜਾਏਗਾ ਕਿਸੇ ਵੀ ਥਾਂ ਦੇ ਉੱਤੇ। ਉਸ ਤੋਂ ਇਲਾਵਾ ਰੇਲ ਗੱਡੀ ਦੇ ਡਰਾਈਵਰ ਦੀ, ਰੇਲ ਗੱਡੀ ਦੇ ਜੋ ਕਹਿ ਲਈਏ ਟ੍ਰੇਨ ਦੇ ਵਿੱਚ ਇੱਕ ਆਪਣਾ ਗਾਰਡ ਹੁੰਦਾ ਹੈ, ਮਾਲ ਗੱਡੀ ਦੇ ਵਿੱਚ ਗਾਰਡ ਹੁੰਦਾ, ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਟ੍ਰੇਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਵੇ। ਸਭ ਕੁਝ ਮੰਗ ਕੇਂਦਰ ਨੇ ਕੀਤੀ, ਲੇਕਿਨ ਹੁਣ ਇਸ ਵੇਲੇ ਕਾਂਗਰਸ ਸਵਾਲ ਕਰ ਰਹੀ ਹੈ ਕਿ ਕੇਂਦਰ ਦੀਆਂ ਸਾਰੀਆਂ ਮੰਗਾਂ ਪੰਜਾਬ ਮੰਨਣ ਨੂੰ ਤਿਆਰ ਹੈ, ਲੇਕਿਨ ਕੀ ਪੰਜਾਬ ਦੇ ਕਿਸਾਨਾਂ ਦੀ ਇੱਕ ਮੰਗ ਕਿ ਉਹਨਾਂ ਦੀ ਫਸਲ MSP ਦੇ ਉੱਤੇ ਚੱਕੀ ਜਾਵੇਗੀ, ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਕੇਂਦਰ ਇਹ ਗੱਲ ਸੁਣਨ ਨੂੰ ਤਿਆਰ ਨਹੀਂ। ਇਸ ਦੇ ਉੱਤੇ ਮੁੜ ਤੋਂ ਸਿਆਸਤ ਆ ਜਾਂਦੀ ਹੈ। ਕਾਨੂੰਨ ਲੈ ਕੇ ਆਏ ਹੈ ਮੋਦੀ ਸਾਹਿਬ ਦੀ ਸਰਕਾਰ, ਬੀਜੇਪੀ ਦੀ ਸਰਕਾਰ, ਚਾਹੇ ਇਹਨਾਂ ਨੂੰ ਕਿਸਾਨੀ ਕਾਨੂੰਨ ਕਹਿੰਦੇ ਹੈ, ਅੱਡ-ਅੱਡ ਨਾਮ ਦੇ ਰੱਖੇ ਹੈ, ਪਰ ਮੇਰਾ ਮਨ ਹੈ ਤੇ ਕਾਂਗਰਸ ਪਾਰਟੀ ਦਾ ਮਨ ਹੈ ਵੀ ਇਹ ਕਾਲੇ ਕਾਨੂੰਨ ਹੈ। ਇਹ ਕਿਸਾਨ ਨੂੰ ਮਜ਼ਦੂਰ ਬਣਾਉਣ ਦੇ ਕਾਨੂੰਨ ਹੈ ਤੇ ਅੱਜ ਕਿਸਾਨ ਦੀ ਕਬਰ ਪੁੱਟਣ ਦਾ ਕੰਮ ਕੀਤਾ ਮੋਦੀ ਸਾਹਿਬ ਨੇ। ਆ ਕਾਨੂੰਨ ਨਹੀਂ ਬਣਾਏ, ਆ ਕਬਰ ਪੱਟੀ ਹੈ ਕਿਸਾਨੀ ਦੀ, ਪੰਜਾਬੀ ਦੀ, ਪੰਜਾਬੀਅਤ ਦੀ ਤੇ ਸਾਡੇ ਪੂਰੇ ਇਸ ਕਿਸਾਨੀ ਖੇਤਰ ਦੀ, ਇਕੱਲੇ ਪੰਜਾਬ ਦੇ ਨਹੀਂ ਪੱਟੀ ਦਾ ਸਾਰੇ ਹਿੰਦੁਸਤਾਨ ਦੀ ਹੈ। ਤਕਰੀਬਨ 20 ਖਾਲੀ ਰੈਕਸ ਪਾਵਰ ਘਰਾਂ ਦੇ ਅੰਦਰ ਹੀ ਇਸ ਵੇਲੇ ਜੋ ਕਹਿ ਲਈਏ ਅਸੀਂ ਬਿਜਲੀ ਦੇ ਉਤਪਾਦ ਕੀਤਾ ਜਾ ਰਿਹਾ ਸੀ ਦੂਸਰੇ ਹਵਾਲਿਆਂ ਦੇ ਨਾਲ। ਉਸ ਵੇਲੇ ਹੁਣ ਇਸ ਵੇਲੇ ਥੋੜੀ ਕਿੱਲਤ ਆ ਰਹੀ ਹੈ ਬਿਜਲੀ ਦੇ ਉਤਪਾਦਨ ਦੇ ਵਿੱਚ। 22 ਅਤੇ 23 ਅਕਤੂਬਰ ਨੂੰ ਮਾਲ ਗੱਡੀਆਂ ਦੀ ਆਵਾਜਾਈ ਚਾਲੂ ਕੀਤੀ ਜਾਣ ਦੀ ਗੱਲ ਕਹੀ ਗਈ ਸੀ। ਖਾਲੀ ਕੋਚ ਰਾਖਵੇਂ ਵੀ ਰੱਖੇ ਗਏ ਸੀ ਕਈ ਡਿਪੂਆਂ ਦੇ ਉੱਤੇ ਕਿ ਜੇਕਰ ਸਰਕਾਰ ਨੇ ਹਾਮੀ ਭਰ ਦਿੱਤੀ ਤਾਂ ਉਸ ਵੇਲੇ ਤੁਰੰਤ ਕੰਮ ਕਰਨਾ ਪਏਗਾ, ਲੇਕਿਨ ਅਜਿਹਾ ਕੁਝ ਹੋਇਆ ਨਹੀਂ। ਅੰਮ੍ਰਿਤਸਰ ਦੇ ਆਸ-ਪਾਸ ਅਤੇ ਨਾਭਾ ਅਤੇ ਤਲਵੰਡੀ ਸਾਬੋ ਦੇ ਪਾਵਰ ਪਲਾਂਟਾਂ ਦੇ ਬਾਹਰ ਅਤੇ ਮੋਗਾ ਦੇ FCI ਦੇ ਸੀਲੋ ਦੇ ਬਾਹਰ ਵੀ 23 ਅਕਤੂਬਰ ਨੂੰ ਕੁਝ ਮਾਲ ਗੱਡੀਆਂ ਖੜੀਆਂ ਸੀ ਜਿਨ੍ਹਾਂ ਦੇ ਕੋਚ ਤਿਆਰ ਸੀਗੇ। ਬਸ ਉਡੀਕ ਸੀਗੀ ਤਾਂ ਸਿਰਫ ਸੂਬਾ ਅਤੇ ਕੇਂਦਰ ਸਰਕਾਰ ਦੇ ਵੱਲੋਂ, ਰੇਲਵੇ ਵਿਭਾਗ ਦੇ ਵੱਲੋਂ ਜਾਰੀ ਕੀਤੇ ਜਾਣ ਵਾਲੇ ਨਿਰਦੇਸ਼ਾਂ ਦੀ। ਅਸੀਂ ਸਿਰਫ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ੁਰੂ ਕੀਤੇ ਗਏ ਆਪਣੇ ਮੋਰਚੇ ਦੀ ਗੱਲ ਕਿੱਥੇ ਆ ਕੇ ਰੋਕ ਦਿੱਤੀ ਗਈ ਕੇਂਦਰ ਦੇ ਵੱਲੋਂ। ਕਿਹਾ ਜਾ ਸਕਦਾ ਹੈ ਕਿ ਜੇਕਰ ਕੇਂਦਰ ਚਾਹੁੰਦਾ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰੀਏ, ਉਹ ਗੱਲਬਾਤ ਦਾ ਪੱਖ ਮੋੜ ਕੇ ਇੱਕ ਕਦਰ ਲਿਆ ਕੇ ਖੜਾ ਕਰ ਦਿੱਤਾ ਰੇਲ ਗੱਡੀਆਂ ਦੀ ਆਵਾਜਾਈ ਦੇ ਉੱਤੇ ਕਿ ਜੀ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਕੀਤੀ ਜਾਏ। ਹਵਾਲਾ ਜੰਮੂ ਕਸ਼ਮੀਰ, ਲੀਹ ਲਦਾਖ ਦਾ ਵੀ ਦਿੱਤਾ ਗਿਆ ਕਿ ਉੱਥੇ ਨਾ ਸੰਕਟ ਗਰਮਾ ਜਾਏ ਪੰਜਾਬ ਦੇ ਕਾਰਨ।
ਪੰਜਾਬ ਦੇ ਕਿਸਾਨ ਇੰਨੇ ਸੂਝਵਾਨ ਨੇ ਕਿ ਹਾਂ ਦੂਸਰੇ ਸੂਬਿਆਂ ਦੇ ਵਿੱਚ ਜੇਕਰ ਆਪਣੇ ਹੀ ਦੇਸ਼ ਵਾਸੀਆਂ ਨੂੰ ਦਿੱਕਤ ਆਵੇ, ਕਿੱਲਤ ਆਵੇ ਕਿਸੇ ਚੀਜ਼ ਦੀ, ਉਸ ਦਾ ਖਾਮਿਆਜ਼ਾ ਉਹ ਭੁਗਤਣਾ ਨਹੀਂ ਚਾਹੁੰਦੇ, ਆਪਣੇ ਸਿਰ ਦੇ ਉੱਤੇ ਕੋਈ ਗੱਲ ਆਪ ਨਹੀਂ ਲਿਆਉਣਾ ਚਾਹੁੰਦੇ, ਕਿਉਂਕਿ ਜਿਸ ਸੂਬੇ ਦੇ ਕਿਸਾਨ ਨੂੰ ਮੰਨਿਆ ਜਾਂਦਾ ਹੈ ਕਿ ਉਹ ਦੇਸ਼ ਦਾ ਅੰਨਦਾਤਾ ਹੈ ਤੇ ਉਹ ਦੇਸ਼ ਦੇ ਵਿੱਚ ਕਿਸੇ ਹੋਰ ਤਰੀਕੇ ਦੀ ਕਿੱਲਤ ਨੂੰ ਪੈਦਾ ਹੋਣ ਦਾ, ਨਾ ਕਿਸੇ ਵੀ ਤਰੀਕੇ ਦੀ ਕਿੱਲਤ ਪੈਦਾ ਹੋਵੇ, ਉਸ ਦਾ ਕਾਰਨ ਕਿਸਾਨ ਬਣਨਾ ਨਹੀਂ ਚਾਹੁੰਦਾ। ਆਰਥਿਕ ਹਾਲਾਤ ਦੇ ਵਿੱਚ ਫਿਲਹਾਲ ਬਸ ਇੰਨਾ ਹੀ। ਆਸ ਕਰਦੇ ਹਾਂ ਕਿ ਕੇਂਦਰ ਦੇ ਵੱਲੋਂ ਹਾਲ ਫਿਲਹਾਲ ਦੇ ਵਿੱਚ ਜੋ ਪੇਂਡੂ ਵਿਕਾਸ ਦੇ ਲਈ ਪੰਜਾਬ ਸਰਕਾਰ ਦੇ ਲਈ ਪੇਂਡੂ ਵਿਕਾਸ ਦੇ ਕਾਰਜਾਂ ਦੇ ਲਈ ਜੋ ਰਕਮ ਰੋਕੀ ਗਈ ਹੈ, ਉਸ ਦੇ ਉੱਤੇ ਵੀ ਸੂਬਾ ਸਰਕਾਰ ਦੇ ਵੱਲੋਂ ਖੜੇ ਕੀਤੇ ਗਏ ਸਵਾਲਾਂ ਤੋਂ ਬਾਅਦ ਜੇਕਰ ਥੋੜੀ ਰਾਹਤ ਮਿਲ ਸਕੇ ਪੰਜਾਬ ਸਰਕਾਰ ਨੂੰ ਤਾਂ ਉਹ ਵੀ ਚੰਗਾ ਰਹੇਗਾ। ਆਪਣੇ ਪਿੰਡਾਂ ਦਾ ਵਿਕਾਸ ਹੁੰਦਿਆਂ ਵੇਖਣਾ ਸਾਡੇ ਲਈ ਵੀ ਖੁਸ਼ੀ ਦੀ ਗੱਲ ਹੋਵੇਗੀ ਅਤੇ ਉਸ ਤੋਂ ਬਾਅਦ 97 ਰੇਲ ਗੱਡੀਆਂ ਜੋ ਸ਼ੁਰੂ ਕੀਤੀਆਂ ਗਈਆਂ ਨੇ, ਉਸ ਦੇ ਨਾਲ ਪੰਜਾਬ ਦੀ ਆਰਥਿਕਤਾ ਹੋਰ ਡਗਮਗਾਏ ਨਾ, ਕਿਉਂਕਿ ਇਸ ਤੋਂ ਪਹਿਲਾਂ ਹੀ ਜਿਸ ਤਰੀਕੇ ਦੇ ਨਾਲ GST ਦੀ ਕਿਸ਼ਤ ਆਈ ਨਹੀਂ, ਕਰੋਨਾ ਕਾਲ ਦੇ ਸਮੇਂ ਸਰਕਾਰ ਦਾ ਵਾਧੂ ਖਰਚ ਹੋਣਾ, ਇਸ ਵੇਲੇ ਕਿਸਾਨਾਂ ਦੇ ਤਕਰੀਬਨ 1 ਮਹੀਨੇ ਦੇ ਰੇਲ ਰੋਕੋ ਅੰਦੋਲਨ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਦੇ ਵਪਾਰੀ ਦਾ ਜੋ ਨੁਕਸਾਨ ਹੋਇਆ, ਇਹਨਾਂ ਸਾਰੇ ਹਾਲਾਤਾਂ ਤੋਂ ਆਪ ਪੰਜਾਬ ਬਾਹਰ ਆਏ, ਉਸ ਦੇ ਲਈ ਸੂਬਾ ਸਰਕਾਰ ਆਪਣੇ ਵੱਲੋਂ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੋਈ ਹੈ। ਕਿੰਨਾ ਕੁ ਸਮਾਂ ਲੱਗੇਗਾ ਆਰਥਿਕ ਹਾਲਾਤ ਸੁਧਰਨ ਦੇ ਵਿੱਚ, ਇਹ ਹਲੇ ਕਹਿਣਾ ਬੇਹੱਦ ਔਖਾ ਹੋਵੇਗਾ। ਮੈਨੂੰ ਅਮਨਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਕਿੱਥੇ ਹੈ ਅਸਲ ਵਿਕਾਸ? ਖਾਲੀ ਖਜ਼ਾਨੇ ਜਾਂ ਸਿਰਫ ਮਜ਼ਾਕ? ਵਾਅਦਿਆਂ ਦੀ ਨਹੀਂ, ਆંકੜਿਆਂ ਦੀ ਕਰਾਂਗੇ ਪੜਚੋਲ। ਗਿਣਤੀ ਅਤੇ ਗਿਆਨ ਦੇ ਨਾਲ ਜਾਣੋ ਅਸਲ ਪੰਜਾਬ। ਪ੍ਰੋਗਰਾਮ ਆਰਥਿਕ ਹਾਲਾਤ।